श्री वाहिगुरु साहिब जी। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। तेरे कवन कवन गुण कह कह गावा, तू साहिब गुणी निधाना। तुमरी महिमा वर्ण न साको, तू ठाकुर ऊच भगवाना। हस्त खेलत तेरे देहुरे आया, भगत करत नामा पकर उठाया। हीनड़ी जात मेरी जाद मराया, शीपे के जन्म काहे को आया। लै कमली चलियो पलटाए, देहुरे पाछै बैठा जाए। ज्यों ज्यों नामा हर गुण उचरै, भगत जना को देहुरा फिरै। नामा माया मोहिया, कहै त्रिलोचन मीत। काहे शीपो शायला, राम न लावो जीत। नामा कहै त्रिलोचना, मुख ते राम समाल। हाथ पाँव कर काम सब, चीत निरंजन नाल। बाणी गुरु गुरु है, बिच बाणी अमृत सारे। गुरबाणी कहै सेवक जन मानै, पर तख गुरु निस्तारे। सो कहो टल गुर सेविया, अहनिस सहज सुभाए। दर्शन परसिया गुरु कै, जन्म मरण दुख जाए। होवै सिफत खसामदी, नूर अरसो कुरसो झटिया। तुद डिठे सच्चे पातशाह, मल जन्म जन्म दी कटिया। सज्जन सच्चा पातशाह, सिर साहांदै साहो। जिस पास बैठिया सोहिया, सबना दा बेसाहो। सतनाम श्री वाहिगुरु साहिब जी। कानड़े की वार महला चौथा, मूसे की वार की धुनी। एक ओंकार सतगुर प्रसाद,
ਸ਼ਲੋਕ ਮਹੱਲਾ ਚੌਥਾ। ਰਾਮ ਨਾਮ ਨਿਧਾਨ ਹਰ, ਗੁਰਮਤਿ ਰਖ ਉਰ ਧਾਰ। ਦਾਸਨ ਦਾਸਾ ਹੋਏ ਰਹੋ, ਹਉਮੈ ਵਿਖਿਆ ਮਾਰ। ਰਾਮ ਨਾਮ ਨਿਧਾਨ ਹਰ, ਗੁਰਮਤਿ ਰਖ ਉਰ ਧਾਰ। ਦਾਸਨ ਦਾਸਾ ਹੋਏ ਰਹੋ, ਹਉਮੈ ਵਿਖਿਆ ਮਾਰ। ਜਨਮ ਪਦਾਰਥ ਜੀਤਿਆ, ਕਦੇ ਨ ਆਵੈ ਹਾਰ। ਧਨ ਧਨ ਵਡਭਾਗੀ ਨਾਨਕਾ, ਜਿਨ ਗੁਰਮਤਿ ਹਰ ਰਸ ਸਾਰ। ਮਹੱਲਾ ਚੌਥਾ। ਗੋਬਿੰਦ 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 ਹਰ, ਗੋਬਿੰਦ ਗੁਣੀ ਨਿਧਾਨ। ਗੋਬਿੰਦ ਗੋਬਿੰਦ ਗੁਰਮਤਿ ਧਿਆਈਐ, ਤਾ ਦਰਗਹਿ ਪਾਈਐ ਮਾਨ। ਗੋਬਿੰਦ 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 ਜਪ, ਮੁਖ ਉਜਲਾ ਪਰਧਾਨ। ਨਾਨਕ ਗੁਰ ਗੋਬਿੰਦ ਹਰ, ਜਿਤ ਮਿਲ ਹਰ ਪਾਇਆ ਨਾਮ। ਪੌੜੀ। ਤੂੰ ਆਪੇ ਹੀ ਸਿਧ ਸਾਧਕੋ, ਤੂੰ ਆਪੇ ਹੀ ਜੁਗ ਜੋਗੀਆ। ਤੂੰ ਆਪੇ ਹੀ ਰਸ ਰਸੀਅੜਾ, ਤੂੰ ਆਪੇ ਹੀ ਭੋਗ ਭੋਗੀਆ। ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰਹਿ ਸੋ ਹੋਗੀਆ। ਸਤ ਸੰਗਤ ਸਤਿਗੁਰ ਧਨ ਧਨੋ, ਧਨ ਧਨ ਧਨੋ। ਜਿਤ ਮਿਲ ਹਰ ਬੁਲਗ ਬਲੋਗੀਆ। ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰਹਿ ਸੋ ਹੋਗੀਆ। ਸਤ ਸੰਗਤ ਸਤਿਗੁਰ ਧਨ ਧਨੋ, ਧਨ ਧਨ ਧਨੋ। ਜਿਤ ਮਿਲ ਹਰ ਬੁਲਗ ਬਲੋਗੀਆ। ਸਭ ਕਹੋ ਮੁਖੋ ਹਰ ਹਰ ਹਰੇ, ਹਰ ਹਰ ਹਰੇ। ਹਰ ਬੋਲਤ ਸਭ ਪਾਪ ਲਹੋਗੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਛਤਰ ਤਾਕਤ ਦੇ ਮਾਲਕ, ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵਡਭਾਗੇ ਹੋ जो दशमेश पिता अमृत के दाते सर्वांश दानी।
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਜਿੱਥੇ ਸਮਾਂ ਹੈ ਜੋ ਆਪ ਸੰਗਤਾਂ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਦੀਆਂ ਆ ਰਹੀਆਂ ਹਨ, ਜਿੱਥੇ ਆਪਾਂ ਨੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨੀ ਹੈ, ਉੱਥੇ ਅੱਜ ਨਾਲ ਹੀ ਸ਼੍ਰੋਮਣੀ ਭਗਤ ਨਾਮਦੇਵ ਜੀ ਮਹਾਰਾਜ, ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਾਸ ਤੋਂ ਪਹਿਲਾਂ ਗੁਰੂ ਘਰ ਦੇ ਕੀਰਤਨੀਆਂ ਨੇ, ਸਤਿਕਾਰਯੋਗ ਭਾਈ ਸਾਹਿਬ ਜੀ ਨੇ ਵੀ ਭਗਤ ਜੀ ਦੇ ਸ਼ਬਦ ਦਾ ਗਾਇਨ ਕੀਤਾ ਸੀ। ਹਸਤ ਖੇਲਦ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮ ਪਕਰ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਐਸੇ ਮਹਾਨ ਪਰਮੇਸ਼ਰ ਦੇ ਅਨੰਨ ਪਿਆਰੇ ਭਗਤ ਨਾਮਦੇਵ ਜੀ ਦਾ ਅੱਜ ਜਨਮ ਦਿਹਾੜਾ ਹੈ। ਸਾਰੀਆਂ ਸੰਗਤਾਂ ਨੂੰ ਭਗਤ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਗੁਰੂ ਘਰਾਂ ਦੇ ਵਿੱਚ 2 ਵਾਰੀ ਭਗਤ ਜੀ ਨੂੰ ਯਾਦ ਕੀਤਾ ਜਾਂਦਾ। ਹਾਲਾਂਕਿ ਆਪਾਂ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ, ਜਿੰਨੇ 15 ਭਗਤ, 4 ਗੁਰਸਿੱਖ, 11 ਭੱਟ, ਸਾਰਿਆਂ ਨੂੰ ਸਾਂਝਾ ਮੱਥਾ ਟੇਕਿਆ ਜਾਂਦਾ ਹੈ। ਪਰ ਵਿਸ਼ੇਸ਼ ਤੌਰ ਤੇ ਗੁਰੂ ਘਰਾਂ ਵਿੱਚ 2 ਵਾਰੀ ਭਗਤ ਜੀ ਨੂੰ ਯਾਦ ਕੀਤਾ ਜਾਂਦਾ ਹੈ। ਸਵੇਰੇ ਆਸਾ ਕੀ ਵਾਰ ਪੜ੍ਹੀ ਜਾਂਦੀ ਹੈ, ਉਦੋਂ ਵੀ ਇਹ ਛੱਕਾ ਪੜ੍ਹਿਆ ਜਾਂਦਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਫਿਰ ਜਦੋਂ ਸ਼ਾਮ ਨੂੰ ਸੋਦਰ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ, ਸੋਦਰ ਦੀ ਬਾਣੀ ਦੇ ਪਹਿਲਾ ਸ਼ਬਦ ਇਹੀ ਹੈ ਜੋ ਰਾਗੀ ਸਿੰਘ ਗਾਇਨ ਕਰਦੇ ਨੇ, ਤੇ ਉਦੋਂ ਵੀ ਇਹੀ ਸ਼ਬਦ ਆਉਂਦਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਤੇ 2 ਵਾਰੀ ਯਾਦ ਕੀਤਾ ਜਾਂਦਾ। ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਜੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਮਹਿਮਾ ਵਡਿਆਈ ਨੂੰ ਕਥਨ ਕਰਦੇ ਨੇ। ਜਦੋਂ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੀਏ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਭਗਤ ਕਬੀਰ ਜੀ ਦੀ, ਨਾਮਦੇਵ ਜੀ ਦੀ ਵਡਿਆਈ ਕਰਦੇ ਨੇ। ਤੇ ਭਗਤ ਜੀ ਦਾ ਸਤਿਗੁਰੂ ਜੀ ਸ਼ਬਦ ਹੈ ਕਿ ਨਾਮਾ ਸ਼ਿੰਬਾ ਕਬੀਰ ਜਲਾਹਾ, ਪੂਰੇ ਗੁਰ ਤੇ ਗਤ ਪਾਈ। ਨਾਮਾ ਸ਼ਿੰਬਾ ਕਬੀਰ ਜਲਾਹਾ,
पूरे गुर ते गत पाई, ब्रह्म के बेते शब्द पछाणै, होमै जात गवाई, सुर नर तिनकी बाणी गावै, कोई न मेटै पाई। पंजवें पातशाह महाराज दे बचन ने, कहते देखो भाई ये संसार दे लोको, नामा शिंबा, शिंबा जाति नाल संबंधित सी भगत नामदेव महाराज। कहते वो शिंबा जाति वाला नामदेव भगत रब दा प्यारा भगत बन गया बंदगी करके। ते कबीर जी जुलाहा जाति नाल संबंधित सन, जिहड़े पूरे गुरु दे लड़ लगे, उन्होंने गत मुक्ति प्राप्त कर ली। किड्डी वड्डी बख्शिश होना उत्ते कि ब्रह्म के बेते शब्द पछाणै, शब्द नाल जुड़ गए, शब्द दे अभ्यासी बने, ब्राह्मण नूं जानन वाले बन गए ते एडी वड्डी बख्शिश दे पात्र बन गए। कहंदे ने अपने अंदर होमै नूं खत्म कर दिता। अज उन्हां भगतां दी बाणी नूं कहंदे सुर नर तिन की बाणी गावै, कोई न मेटै पाई। देवते भी गा रहे ने, मनुख भी गा रहे हैं, सारे उन्होंने दी सिफत वडियाई कर रहे ने। क्यों कर रहे ने? क्योंकि उन्होंने संसार च नवा इनकलाब लियाना कीता, उन्होंने परमेश्वर के गुणों का ज्ञान किया। जदों आपां भगत जी का जीवन पढ़ते हैं ना, तो गुरु सवारियो महाराष्ट्र की धरती ते पूना 17 नरसरी बामणी पिंड, उस नगर दे विच भगत जी का जन्म होया। बाबा दाम सेठी जी, माता गोना बाई जी, उन्हां दे गृह दे विच 13वीं सदी दे अखीरले दहाकियां दे विच 13वीं सदी दे अखीरले दहाकियां दे विच, क्योंकि 1270 दे विच भगत जी का जन्म होया है। क्योंकि जिहड़े रब दे प्यारे हुंदे ना, वो परोपकार करन ही संसार विच आउंदे ने। आपां पढ़दे ना सतगुर दे बचन के, धन 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 जन आया, जिस प्रसाद जगत राया, जन आवन का यह सुआओ, जन कै संग चित आवै नाओ, आप मुक्त मुक्त करै संसार, नानक तिस जन को सदा नमस्कार। ये पंजवें पातशाह महाराज दे बचन ने सुखनी साहिब दी पावन बाणी विच। ते भगत नामदेव जी का संसार च अवतरण हुंदा है। मनु सिमरति मुताबक मनुख नूं 4 हिस्सियां च वंडिया गया, खत्तरी, ब्राह्मण, शूद ते बैस। जिन्हां विचों शूदरां दी हालत बड़ी तरसयोग सी। शूदरां दा जेकर परछावां किसी उच्ची जाति वाले ब्राह्मण जां खत्तरी उत्ते पै जांदा सी, ये फिर गंगा दे जल नाल इशनान करदे हुंदे सन। इत्थों तक शूदरां दी हालत इहो जी सी कि जदों शूदर तुरदा सी ना, ते इहदे पिछले पल्ले ते एक झाफा बन्निया जांदा सी, लक्कड़ दी टाहनी बन्नी दरखत दी, ताकि जिथों ये शूदर लंघे दियां पैड़ां जिहड़ियां ने वो खत्म हो जाण, उत्ते कोई पैड़ ना रहे, कोई उहनूं छूह ना सके। कुत्ता भावें किसी उच्ची जाति दे ब्राह्मण जां खत्तरी दे खूह तो पानी पी लवे, कुत्ते नूं माफ है, पर जे शूदर पी लैंदा सी ते शूदर नूं गुरु सजा दित्ती जांदी सी। जदों शूदर रात वेले कल्ला तुरदा सी ना, हनेरे दे विच, अजकल तां बड़े साधन ने, लाइट दा प्रबंध है, ते उदों शूदर दे गल च टल्ली पाई जांदी सी। जदों वो तुरदा सी, वो टल्ली खड़कदी हुंदी सी, ते लोक जिहड़े सन उच्चियां जातां वाल पिछे हट जांदे ने, कहंदे भाई शूदर आ रहा, पिछे हट जाओ, पिछे हट जाओ। ये तो सतगुरु महाराज ने साडे उत्ते बख्शिश कीती।
नीचै ऊच करै मेरा गोबिंद काहू ते न डरै। ਐਡੀ ਵੱਡੀ ਬਖਸ਼ਿਸ਼ ਸਤਿਗੁਰੂ ਜੀ ਨੇ ਨੀਵੀਂ ਜਾਤਾਂ ਵਾਲੇ ਜਿਨ੍ਹਾਂ ਨੂੰ ਸ਼ੂਦਰ ਆਖਿਆ ਜਾਂਦਿਆ ਸੀ, ਉਹਨਾਂ ਨੂੰ ਗੁਰੂ ਸਵਾਰਿਓ ਉੱਚੀ ਥਾਂ ਤੇ ਮੇਰੇ ਪਾਤਸ਼ਾਹ ਨੇ ਬਿਠਾ ਦਿੱਤਾ। ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ, ਰਹਿੰਦੀ ਦੁਨੀਆ ਤੱਕ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਸਾਹਿਬਾਨ ਜੀ ਜਾਂ ਹੋਰ ਜਿੰਨੇ ਭਗਤ ਹਨ, ਉਹਨਾਂ ਨੂੰ ਆਪਣੇ ਕੋਲ ਆਪਣੇ ਬਰੋਬਰ ਬਿਠਾ ਲਿਆ ਕਿ ਭਾਈ ਤੁਸੀਂ ਵੀ ਸੰਸਾਰ 'ਚ ਨਵਾਂ ਇਨਕਲਾਬ ਲਿਆਣਾ ਕੀਤਾ। 4 ਪ੍ਰਕਾਰ ਦੇ ਭਗਤ ਮੰਨੇ ਗਏ ਨੇ। ਇੱਕ ਹੈ ਨਿਆਨੀ ਭਗਤ, ਅਰਥਾਰਥੀ ਭਗਤ ਤੇ ਗੁਰੂ ਸਵਾਰੇ ਇੱਕ ਅਨਨ ਭਗਤ। ਇੱਕ ਇਹੋ ਜਿਹੇ ਭਗਤ ਨੇ ਜਿਹੜੇ ਮਾਇਆ ਨੂੰ ਪ੍ਰਾਪਤ ਕਰਨ ਲਈ ਪਰਮੇਸ਼ਰ ਦੀ ਭਗਤੀ ਕਰਦੇ ਹਨ, ਜਿਹਦੇ ਬਾਬਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੰਪੈ ਕੋ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਕਿ ਮਾਇਆ ਦੀ ਪ੍ਰਾਪਤੀ ਕਰਨ ਲਈ ਪਰਮੇਸ਼ਰ ਦੀ ਆਰਾਧਨਾ ਕੀਤੀ, ਪਰ ਜਿਹੜੀ ਇਹ ਮਾਇਆ ਹੈ ਪੂਰਬੇ ਲਿਖੇ ਹੋਏ ਕਰਮਾਂ ਅਨੁਸਾਰ ਜੀਵ ਨੂੰ ਪ੍ਰਾਪਤ ਹੁੰਦੀ ਹੈ। ਇੱਕ ਹੈ ਆਰਤ ਭਗਤ, ਦੁਖੀ ਹੋ ਕੇ ਪਰਮੇਸ਼ਰ ਦੀ ਭਗਤੀ ਕਰਨੀ, ਜਿਹਦੇ ਵਿੱਚ ਆਪਾਂ ਕਹਿ ਦਈਏ ਭਗਤ ਧਰੂ ਜੈਸੇ ਰੱਬ ਦੇ ਪਿਆਰੇ ਹੋਏ ਨੇ, ਜਿਹਨੇ 5 ਸਾਲ ਦੀ ਅਵਸਥਾ ਦੇ ਵਿੱਚ ਰੱਬ ਦੀ ਇਬਾਦਤ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਆਪ ਜੀ ਨੇ ਕਈ ਵਾਰੀ ਸ਼ਰਵਣ ਕੀਤਾ ਕਿ ਮਤਰੇਈ ਮਾਂ ਨੇ ਆਪਣੀ ਪਿਤਾ ਦੀ ਗੋਦ ਚੋਂ ਉਠਾ ਦਿੱਤਾ ਕਿ ਕਹਿਣ ਲੱਗੀ, ਜੇ ਤੂੰ ਆਪਣੇ ਪਿਤਾ ਦੀ ਗੋਦ ਦਾ ਆਨੰਦ ਮਾਣਨਾ ਸੀ ਨਾ, ਮੇਰੀ ਕੁੱਖੋਂ ਜਨਮ ਲੈਂਦਾ। ਸੱਟ ਲੱਗੀ, ਆਪਣੀ ਮਾਂ ਕੋਲ ਗਿਆ, ਮਾਂ ਦੱਸ ਤੂੰ ਗੋਲੀ ਆ ਜਾਂ ਰਾਣੀ ਹੈ? ਤੇ ਮਾਂ ਕਹਿਣ ਲੱਗੀ, ਪੁੱਤਰ ਹੈ ਤਾਂ ਮੈਂ ਰਾਣੀ ਆ, ਪਰ ਮੇਰੇ ਕਰਮ ਗੋਲੀਆਂ ਜੈਸੇ ਨੇ। ਫਿਰ ਮਨ 'ਚ ਸੰਕਲਪ ਪੈਦਾ ਕਰ ਲਿਆ ਕਿ ਮਾਂ ਇਹ ਰਾਜ ਭਾਗ ਕਿਵੇਂ ਮਿਲ ਸਕਦਾ ਹੈ। ਮਾਂ ਸਿਆਣੀ ਸੀ, ਚੰਗੀ ਸੀ। ਮਾਂ ਨੇ ਆਖਿਆ, ਪੁੱਤਰ ਜੇ ਮਾਂ ਕਹਿੰਦੀ ਪੁੱਤ ਤਲਵਾਰ ਚੁੱਕ ਆਪਣੇ ਪਿਓ ਦਾ ਸਿਰ ਵੱਢ ਦੇ, ਪਿਓ ਨੂੰ ਖਤਮ ਕਰ ਰਾਜ ਭਾਗ ਮਿਲ ਜਾਵੇ, ਫਿਰ ਤਾਂ ਕਾਤਲ ਬਣ ਜਾਣਾ ਸੀ। ਤੇ ਮਾਂ ਕਹਿਣ ਲੱਗੀ, ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਿਤ ਪਨੀਤਾ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਰ ਮੀਤਾ। ਧਰੂ ਜੀ ਨੇ ਜੋ ਬੇਨਤੀ ਕੀਤੀ, ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ ਹੈ, ਕਿਹੜਾ ਉਦਮ ਕਰੀਏ ਜਿਸ ਕਰਕੇ ਰਾਜ ਭਾਗ ਮਿਲ, ਸ਼ਤਰੂ ਮਿੱਤਰ ਬਣ ਜਾਣ। ਤੇ ਮਾਂ ਕਹਿਣ ਲੱਗੀ, ਪੁੱਤ ਪਰਮੇਸ਼ਰ ਦੀ ਆਰਾਧਨਾ ਕਰ, ਰਾਜ ਭਾਗ ਵੀ ਤੈਨੂੰ ਮਿਲ ਜਾਵੇਗਾ, ਜਿੰਦ ਵੀ ਪਿੱਤਰ ਹੋ ਜਾਵੇਗੀ, ਰੱਬ ਦੇ ਪਿਆਰਿਆਂ 'ਚ ਤੇਰਾ ਨਾਮ ਦਰਜ ਹੋ ਜਾਵੇਗਾ। ਦੁਖੀ ਹੋ ਕੇ ਪਰਮੇਸ਼ਰ ਦੀ ਭਗਤੀ ਕੀਤੀ ਤੇ ਰੱਬ ਨੂੰ ਪ੍ਰਾਪਤ ਕਰ ਲਿਆ। ਤੀਜੇ ਨੇ ਨਿਆਨੀ ਭਗਤ, ਜਿਨ੍ਹਾਂ ਨੂੰ ਆਪਾਂ ਕਹਿ ਦਈਏ, ਜੇ ਆਪਾਂ ਗੁਰਮਤਿ ਦੀ ਗੱਲ ਕਰੀਏ, ਗੁਰੂ ਘਰ ਦੀ ਗੱਲ ਕਰੀਏ, ਭਾਈ ਗੁਰਦਾਸ ਜੀ, ਪਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਗੁਰਸਿੱਖ ਆਖਿਆ ਗਿਆ, ਬ੍ਰਹਮ ਗਿਆਨੀ ਆਖਿਆ ਗਿਆ, ਤੇ ਭਗਤਾਂ ਵਾਲੇ ਸਾਰੇ ਗੁਣ ਉਹਨਾਂ ਗੁਰਸਿੱਖਾਂ ਦੇ ਵਿੱਚ ਸੀ। ਵਿਦਵਾਨ ਸਨ, ਗੁਰੂ ਘਰ ਦੇ ਵੇਦ ਵਿਆਸ ਆਖਿਆ ਗਿਆ। ਬਾਬਾ ਬੁੱਢਾ ਸਾਹਿਬ ਐਡੇ ਵੱਡੇ ਵਿਦਵਾਨ, ਜਿਨ੍ਹਾਂ ਨੂੰ ਪਹਿਲੇ ਹੈੱਡ ਗ੍ਰੰਥੀ, ਮੁੱਖ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਦੇ ਲਾਇਆ ਗਿਆ। ਸੇਵਾ ਮਿਲੀ ਹੈ, ਬਹੁਤ ਵੱਡੀ ਬਖਸ਼ਿਸ਼। ਜਦੋਂ ਆਪਾਂ ਅਨਨ ਭਗਤ ਦੀ ਗੱਲ ਕਰੀਏ, ਅਨਨ ਭਗਤਾਂ ਦੇ ਵਿੱਚ ਭਗਤ ਰਵਿਦਾਸ ਜੀ ਆ ਜਾਂਦੇ, ਭਗਤ ਕਬੀਰ ਜੀ ਆ ਜਾਂਦੇ ਨੇ, ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ। ਭਗਤ ਨਾਮਦੇਵ ਜੀ ਮਹਾਰਾਜ, ਇਹ ਵੀ ਆ ਜਾਂਦੇ ਹਨ। ਕਿੱਡੀ ਵੱਡੀ ਬਖਸ਼ਿਸ਼ ਹੈ ਗੁਰੂ ਸਵਾਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਗਤ ਨਾਮਦੇਵ ਜੀ ਦੇ ਕੁੱਲ 61 ਸ਼ਬਦ ਹਨ। ਕੱਲਾ ਕੱਲਾ ਸ਼ਬਦ ਪੜ੍ਹ ਕੇ ਦੇਖੋ, ਇਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਸਰਗੁਣ ਦੀ ਉਪਾਸਨਾ ਕੀਤੀ, ਫਿਰ ਸਰਗੁਣ ਦੀ ਉਪਾਸਨਾ ਕਰਦੇ ਕਰਦੇ ਨਿਰਗੁਣ ਤੱਕ ਪਹੁੰਚ ਗਏ। ਸਾਰੀਆਂ ਥਾਵਾਂ ਤੇ ਉਸ ਪਰਮੇਸ਼ਰ ਨੂੰ ਦੇਖਣ ਲੱਗ ਪਏ।
ਤੇ ਜਿਹਨੂੰ ਅੱਧੀ ਕੋਟੀ ਦਾ ਸ਼ੀਂਬਾ ਆਖਿਆ ਜਾਂਦਾ ਸੀ, ਅੱਜ ਉਹ ਰੱਬ ਦਾ ਪਿਆਰਾ ਐਡਾ ਭਗਤ ਬਣ ਗਿਆ, ਉਹਦੇ ਵਿੱਚ ਹੀ ਲੀਨ ਹੋ ਗਿਆ। ਸਤਿਗੁਰੂ ਜੀ ਨੇ ਬਚਨ ਕੀਤੇ ਨੇ ਨਾ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਜਿਹਨੂੰ ਅੱਧੀ ਕੋਟੀ ਦਾ ਕਹਿੰਦੇ ਸਨ, ਸ਼ੀਪਾ ਭਾਵ ਕਹਿੰਦੇ ਸਨ ਸ਼ੀਂਬਾ ਜਾਤੀ ਨਾਲ ਨੀਵੀਂ ਜਾਤੀ ਵਾਲਾ ਸੀ, ਉਹ ਇੰਨਾ ਵੱਡਾ ਰੱਬ ਦਾ ਪਿਆਰਾ ਭਗਤ ਬਣ ਗਿਆ, ਸਾਰੇ ਨੂੰ ਜਾਣਨ ਲੱਗ ਪਏ, ਉਸ ਪਰਮੇਸ਼ਰ ਵਿੱਚ ਇਕਮਿਕ ਹੋ ਗਿਆ। ਇਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਕਹਿੰਦੇ ਨੇ। ਇੱਕ ਵਾਰ ਇਹਨਾਂ ਦੇ ਪਿਤਾ ਜੀ ਸਤਿਕਾਰਯੋਗ ਬਾਬਾ ਦਾਮ ਸੇਠੀ ਜੀ, ਜੋ ਧਾਰਮਿਕ ਰੁਚੀ ਵਾਲੇ ਸਨ, ਪਰਮੇਸ਼ਰ ਦੀ ਬਾਤ ਕਰਦੇ, ਬੰਦਗੀ ਕਰਦੇ, ਠਾਕੁਰ ਨੂੰ ਭੋਗ ਲਵਾਉਂਦੇ, ਫਿਰ ਆਪਣੇ ਜਿਹੜਾ ਘਰ ਦਾ ਗੁਜ਼ਰਾਂ ਬਾਅਦ 'ਚ ਕਰਦੇ ਹਨ। ਕਹਿੰਦੇ ਇੱਕ ਦਿਨ ਪਿਤਾ ਜੀ ਕਿਸੇ ਬਾਹਰ ਕੰਮ ਲਈ ਗਏ, ਆਪਣੇ ਪੁੱਤਰ ਨਾਮਦੇਵ ਨੂੰ ਆਖਿਆ, ਪੁੱਤਰ ਨਾਮਦੇਵ ਤੁਸੀਂ ਠਾਕੁਰ ਨੂੰ ਭੋਗ ਲਵਾਉਣਾ, ਕਪਲ ਗਾਈ ਦਾ, ਕਪਲ ਗਾਂ ਦਾ ਭੋਗ ਲਵਾਉਣਾ ਹੈ, ਉਸ ਤੋਂ ਬਾਅਦ ਇਹ ਦੁੱਧ ਘਰ 'ਚ ਇਸਤੇਮਾਲ ਕਰਨਾ। ਸਤ ਬਚਨ ਜੀ। ਹੁਣ ਭਗਤ ਨਾਮਦੇਵ ਜੀ ਚਲੇ ਗਏ ਬੱਚੇ ਦੇ ਰੂਪ ਵਿੱਚ, ਪੱਥਰ ਦੀ ਮੂਰਤ ਅੱਗੇ ਠਾਕੁਰ ਅੱਗੇ ਜਾ ਕੇ ਬੈਠ ਗਏ, ਮਿਣਤਾ ਤਰਲਾ ਕਰਦੇ ਨੇ ਕਿ ਭਗਤ ਕਹਿੰਦੇ ਨੇ ਪਰ ਠਾਕੁਰ ਜੀ ਭੋਗ ਲਾਵੋ, ਮੇਰੇ ਪਿਤਾ ਨੇ ਮੈਨੂੰ ਭੇਜਣਾ ਕੀਤਾ, ਜੇਕਰ ਆਪ ਜੀ ਨੇ ਇਹ ਦੁੱਧ ਨਹੀਂ ਛਕਿਆ, ਭੋਗ ਨਹੀਂ ਲਾਇਆ, ਮੇਰਾ ਜਿਹੜਾ ਘਰ ਦਾ ਬਾਪ ਹੈ ਨਾ, ਮੇਰਾ ਪਿਤਾ ਗੁੱਸੇ ਹੋ ਜਾਵੇਗਾ। ਕਹਿੰਦੇ ਭੋਲੇ ਭਾਅ ਦੇ ਵਿੱਚ ਪਰਮੇਸ਼ਰ ਦੇ ਚਰਨਾਂ 'ਚ ਬੇਨਤੀਆਂ ਕਰ ਰਹੇ ਨੇ, ਸਵੇਰ ਦੇ ਬੈਠੇ ਨੇ, ਸ਼ਾਮਾਂ ਤੱਕ ਠਾਕੁਰ ਦੇ ਦੁਆਰੇ ਬੈਠੇ ਰਹੇ। ਆਵਾਜ਼ ਆਈ, ਕਹਿਣ ਲੱਗੇ ਭਾਈ ਨਾਮਦੇਵ, ਮੈਂ ਇੱਥੇ ਪੱਥਰਾਂ ਦੇ ਵਿੱਚ ਨਹੀਂ ਹਾਂ, ਤੇ ਤੂੰ ਇਹ ਦੁੱਧ ਘਰ ਚ ਲਿਜਾਣਾ ਕਰ, ਤੂੰ ਵਰਤ ਘਰ ਵਿੱਚ। ਭਗਤ ਨਾਮਦੇਵ ਜੀ ਕਹਿਣ ਲੱਗੇ ਇਹਦਾ ਮਤਲਬ ਤੂੰ ਹਾਜ਼ਰ ਨਾਜ਼ਰ ਇੱਥੇ ਹੀ ਹੈ, ਜੇ ਤੂੰ ਹਾਜ਼ਰ ਨਾਜ਼ਰ ਦੁੱਧ ਛਕਣਾ ਮੈਂ ਉਦੋਂ ਜਾਵਾਂਗਾ। ਕਹਿੰਦੇ ਨੇ ਇਤਿਹਾਸ ਇਹ ਦੱਸਦਾ ਹੈ, ਕਹਿੰਦੇ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਉਹ ਦੁੱਧ ਦਾ ਕਟੋਰਾ ਛਕਿਆ, ਜੋ ਆਪਣੀ ਹੱਡ ਬੀਤੀ ਭਗਤ ਜੀ ਨੇ ਆਪ ਗੁਰਬਾਣੀ 'ਚ ਲਿਖਣਾ ਕੀਤੀ ਹੈ। दूध कटोरा गड़बै पानी, कपल गाय नामै देहुआनी। दूध पियो गोबिंदो राय, दूध पियो मेर मन पति आए। नाही ता घर को बाप रसाए, सोने कटोरी अमृत भरी। ले नामै हर आगे धरी, एक भगत मेरा हृदय बसै। नामे देख नारायण हसै, दूध पियाए भगत कर गया। नामे हर का दर्शन पिया। भगत जी की बाणी तो सिद्ध हुंदा है कि भगत जी ने उस परमेश्वर नूं दुध छकाणा कीता ठाकर नूं, ते फिर अपने घर वापस चले गए। हुण जदों परमेश्वर दे पहली बारी दीदार होए एक बच्चे दे रूप दे विच, ते घर विच जाके अपने पिता दाम सेठी जी नूं आख्या कि पिता जी, जब पिता जी बापू जी घरों वापस आए ना बाहरों, कहते पुत्र ठाकुर नूं भोग लवाया सी। हाँ पिता जी ठाकुर नूं भोग लवाया सी। कहण लगे पिता जी मैनूं ठाकुर दे दीदार हो गए। ठाकुर प्रतख रूप दे विच आया, उन्हें दुध छकिया। ते कहण लगे पुत्र इंज भी कदे हो सकदा, इस तरह का कोई होर छक गया होवेगा। कहण लगे नहीं पिता जी, कहण लगे जे ठीक है तेन ठाकुर दे दीदार होए ना, तू कल नूं फिर भोग ला, मैं तेरे नाल चलांगा, देखदे आ ठाकुर प्रगट हुंदा कि नहीं हुंदा है। कहंदे ने दूसरे दिन फेर गए। हुण भगत नामदेव जी बह गए जाके। भगत नामदेव जी फिर उस तरह मिन्नतां तरले करन कि ठाकुर जी कल आप जी ने मैनू दर्शन दीदारे दिते, दुध छकिया, अज मेरे पिता जी मेरे नाल आए ने, ते इन्हां नूं तसल्ली हो जावे, आप जी कृपा करके दर्शन दीदारे दवो। कहंदे ठाकुर प्रगट नहीं होया। सवेरे सवेर दे बैठे ने, दोपहर दा समा हो गया। पिता जी भी उड़ीक कर रहे ने कि मेरा पुत्र तां बोलदा तां सच ही है,
पर किते ये ना होवे कोई होर जिहड़ा है दुध छक के चलिया गया होवे ते अपने आप नूं ठाकुर कहा लिया होवे। कहंदे जदों शामां दा समां होया ना, पिता कहण लगा पुत्तर चल हुण चलीए, ठाकुर ने नहीं आउणा। ते भगत नामदेव जी कहण लगे नहीं पिता जी, ठाकुर जी आउणगे, कल मैं दुध छक अज भी जरूर छकणगे। कहंदे जो इस तरह विश्वास कीता, भरोसा कीता ते ओ ठाकुर प्रगट होया ते गुरु सवारियो उन्हें ओ दुध दा कटोरा छकिया। अपने पिता दाम सेठी जी नूं दर्शन दीदारे करा दित्ते। पिता दाम सेठी जी आखण लगे पुत्र मैं तां अगे निता प्रति मैं ठाकुर नूं भोग लगाउंदा, पर मैं एक कर्मकांडी बन के रह चुका हाँ। मेरे अंदर प्रेमा भगती नहीं सी। पुत्र तेरे अंदर प्रेम सी, प्रेम दे सह तू भगती कीती, भोले भाई मिले रगराया, तेरे उत्ते प्रसन्न हो के उस परमेश्वर ने वाहिगुरु ने किरपा कीती, तैनूं दर्शन दीदारे दे, तेरे राही मैनूं दीदार हो गए। ये मेरे बहुत बड़े भाग हैं। साखीकारा मुताबक कहते ने भगत नामदेव जी नूं 72 वारी परमेश्वर दे दीदार होए ने प्रतੱਖ रूप दे विच। वैसे जो आपां भगत जी की बाणी पढ़ते हैं तो भगत जी कहते ने कि वो परमेश्वर जिहड़ा है वो हर समय भगत जी उस परमेश्वर नूं सारियां थावां ते देखदे सन। जिहड़ा जलां विच, थलां विच, धरती आकाश विच समाया होया है। असल दे विच 72 जिहड़ियां ने करामातां वरतियां भगत जी नाल, चाहे वो दिवरा फेरन की गल सी, चाहे भगत नामदेव जी ने जदों वड्डे हो गए इन्हां दा शादी कर दी पिता जी ने, ते फिर इन्हां ने देखिया कि हुण साडा पुत्र जवान हो गया, शादी कर दित्ती गई। उस तो बाद भगत नामदेव जी नूं वखरा कर दिता गया, एक छपरी बना के दित्ती गई। ते भगत नामदेव जी नूं आख्या कि पुत्र हुण तू अपना काम धंधा कर, जिहड़ा साडा पिता पुरखी धंधा है, कपड़े सिउने, कपड़े रंगणे, ये तू सारा काम कर, ते हुण अपना कमा अपना खा। भगत नामदेव जी 10 नूहां दी किरत करदे अपनी शन छपरी च रहिंदे ने। ते जदों मन करदा है ते गुरु सवारे फिर कई बारी तीर्थ यात्रा ते चले जाते हैं। महिमा वडियाई दिनों दिन बढ़ती जा रही है। कहते एक दिन भगत नामदेव जी किसी काम लई अपने परिवार के सहित तीर्थ यात्रा ते बाहर गए। कई दिन लग गए। उधरों जिथे भगत जी की शन बनी सी उहदे नाल ही एक शाहूकार का घर सी। शाहूकार ने उस समय जो अपना घर उसारन लगे ना देखिया, मिस्त्री कहन लग्या शाहूकार जी जेकर ये नामदेव दी शन ढा के जिहड़ी ये जमीन है तुसी अपने घर उसार लो ना, जिहड़ी तुहाडे घर नूं कान आ रही है कान निकल जावेगी, तुहाडा घर बिल्कुल सीधा बन जाएगा। हुण मायाधारी अन्ना बोला उन्हें परवाह नहीं की। कहते नामदेव जी छपरी ढा दित्ती, अपनी कंध डूंघियां नीवां उसार के कंध उसार ली, आलीशान मकान बन गया। उधरों भगत नामदेव जी अपने परिवार के सहित 4 बच्चे सन, एक धी सी गुरु सवारियो, घर वाली के सहित जदों वापस आए देखिया जिस घर दे विच रह रहे सी वो घर है ही नहीं। पता कीता कि शाहूकार ने ढा दित्ती। शाहूकार दे घर गए, जाके मिन्नतां तरले कीते कि शाहूकार जी आप जी का घर बड़ा सोहना बनिया है, बड़ी आप जी के उत्ते बीठल की कृपा हुई है, पर मेरी इत्थे शन सी जिस शन दे विच आपां छपरी च आपां सारा परिवार रहिंदे सन। तुसी अपने स्वार्थ वास्ते मेरा घर ढा दिता, हुण असीं कित्थे जाइए। हुण शाहूकार जिहड़ा सी मायाधारी अन्ना बोला, उन्हें भगत नामदेव जी की एक भी गल ना सुनी ते धक्के मार के गुरु सर अपने घरों बाहर कढ़ दिता। भगतां ते संसारियां जोड़ कदे ना आया, धक्के मार के बाहर कढ़ दिता।
ਤੇ ਭਗਤ ਨਾਮਦੇਵ ਜੀ ਚੌਂਕੜਾ ਮਾਰ ਕੇ ਬਹਿ ਗਏ। ਪਰਮੇਸ਼ਰ ਦੇ ਚਰਨਾਂ 'ਚ ਅਰਜ਼ੋਈ ਕੀਤੀ, ਬੇਨਤੀ ਕੀਤੀ ਕਿ ਹੁਣ ਪਰਮੇਸ਼ਰ ਤੂੰ ਹੀ ਕਿਰਪਾ, ਨਾ ਮੇਰੇ ਕੋਲ ਇੰਨੇ ਪੈਸੇ ਨੇ ਜਿਹਦੇ ਰਾਹੀਂ ਮੈਂ ਆਪਣਾ ਘਰ ਉਸਾਰ ਸਕਾਂ, ਹੁਣ ਤੂੰ ਹੀ ਮੇਰੇ ਰਹਿਣ ਦਾ ਬੰਦੋਬਸਤ ਕਰ। ਕਹਿੰਦੇ ਆਪ ਪਰਮੇਸ਼ਰ ਨੇ ਤਰਖਾਣ ਦਾ ਰੂਪ ਧਾਰਨ ਕੀਤਾ। ਦੇਵਤੇ ਜਿਹੜੇ ਸਨ ਉਹਨਾਂ ਨੂੰ ਆਪਣੇ ਮਜ਼ਦੂਰ ਨੂੰ ਬਣਾ ਕੇ ਆਪ ਭਗਤ ਨਾਮਦੇਵ ਜੀ ਦੀ ਛੱਪਰੀ ਸੋਹਣੀ ਬਣਾ ਦਿੱਤੀ। ਜੋ ਛੱਪਰੀ ਬਣ ਗਈ, ਘਰ 'ਚ ਪਰਿਵਾਰ 'ਚ ਰਹਿਣ ਲੱਗ ਪਏ। ਗੁਆਂਢਣ ਆਈ ਆ ਭਗਤ ਨਾਮਦੇਵ ਜੀ ਸੋਹਣੀ ਛੱਪਰੀ ਨੂੰ ਦੇਖ ਕੇ ਅਚਰਜ ਹੋ ਗਈ। ਤੇ ਉਹ ਗੁਆਂਢਣ ਕਹਿੰਦੀ ਹੈ, ਨਾਮਦੇਵ ਜੀ, ਭਗਤ ਜੀ, ਤੁਸੀਂ ਇਹ ਛੱਪਰੀ ਕਿਹਦੇ ਪਾਸੋਂ ਬਣਾਉਣਾ ਕੀਤੀ ਹੈ? ਮੈਨੂੰ ਉਸ ਵਾਢੀ ਦੀ, ਉਸ ਤਰਖਾਣ ਦੀ ਦੱਸ ਪਾ ਦਿਓ, ਮੈਂ ਤੁਹਾਡੇ ਨਾਲ ਦੁੱਗਣੀ ਮਜ਼ਦੂਰੀ ਦੇ ਦਿਆਂਗੀ, ਪਰ ਮੇਰੀ ਸ਼ਾਨ ਇਹੋ ਜਿਹੀ ਬਣਨੀ ਚਾਹੀਦੀ ਹੈ। ਜੋ ਇਹ ਹੱਡ ਬੀਤੀ ਹਨ ਤੇ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ 'ਚ ਦਰਜ ਕੀਤੀ ਹੈ। ਕਹਿੰਦੇ ਨੇ, ਪਾੜ ਪੜੋਸਣ ਪੂਛ ਲੈ ਨਾਮਾ, ਕਾਪੈ ਸ਼ਾਨ ਸ਼ਵਾਈ ਹੋ, ਤੋਪੈ ਦੁੱਗਣੀ ਮਜ਼ਦੂਰੀ ਦੇਹੋ, ਮੌਕੋ ਬੇਟੀ ਦੇਹੋ ਬਤਾਈ ਹੋ, ਰੀਵਾਈ ਬੇਟੀ ਦੇਣ ਨਾ ਜਾਈ, ਬੇਟੀ ਪ੍ਰੀਤ ਮਜ਼ਦੂਰੀ ਮੰਗੈ, ਜੋ ਕਉ ਸ਼ਾਨ ਸ਼ਵਾਈ। ਭਗਤ ਨਾਮਦੇਵ ਜੀ ਨੂੰ ਕਹਿਣ ਲੱਗੀ ਉਹ ਗੁਆਂਢਣ ਕਿ ਕਿਹਦੇ ਪਾਸੋਂ ਤੁਸੀਂ ਇਹ ਛੰਨ ਬਣਾਈ ਹੈ, ਮੈਨੂੰ ਤੁਸੀਂ ਦੱਸ ਪਾਵੋ ਦੀ, ਮੈਂ ਤੇਰੇ ਨਾਲ ਦੁੱਗਣੀ ਮਜ਼ਦੂਰੀ ਦੇ ਦਿਆਂਗੀ। ਤੇ ਭਗਤ ਜੀ ਕਹਿਣ ਲੱਗੇ, ਉਸ ਬੇਟੀ ਦੀ, ਉਸ ਤਰਖਾਣ ਦੀ ਮਜ਼ਦੂਰੀ ਦਿੱਤੀ ਨਹੀਂ ਜਾ ਸਕਦੀ ਹੈ, ਕਿਉਂਕਿ ਜਿਹੜੀ ਮਜ਼ਦੂਰੀ ਮੈਂ ਦਿੱਤੀ ਹੈ ਉਹ ਮਜ਼ਦੂਰੀ ਤੇਰੇ ਕੋਲ ਨਹੀਂ ਹੈ। ਉਹ ਮਜ਼ਦੂਰੀ ਕਿਹੜੀ ਹੈ? ਬੇਟੀ ਪ੍ਰੀਤ ਮਜ਼ਦੂਰੀ ਮੰਗ ਹੈ। ਉਹ ਤਾਂ ਪ੍ਰੇਮ ਦੀ ਮਜ਼ਦੂਰੀ ਮੰਗਦਾ। ਜਿਹਦੇ ਅੰਦਰ ਪ੍ਰੇਮ ਹੈ ਨਾ, ਤੇ ਪ੍ਰੇਮ ਦੇ ਉੱਤੇ ਪ੍ਰਸੰਨ ਹੋ ਜਾਂਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਅੰਦਰਲਾ ਪ੍ਰੇਮ ਦੇਖਦਾ ਹੈ ਕਿ ਅੰਦਰ ਭਾਂਡਾ ਕਿਹੋ ਜਿਹਾ। ਜਿੱਥੇ ਪ੍ਰੇਮ ਹੁੰਦਾ ਉੱਥੇ ਪਰਮੇਸ਼ਰ ਆਪ ਹੀ ਪ੍ਰਸੰਨ ਹੋ ਜਾਂਦਾ। ਗੁਰੂ ਸਵਾਰੇ ਭਗਤ ਜੀ ਦਾ ਇਹ ਸ਼ਬਦ, ਭਗਤ ਜੀ ਕਹਿਣ ਲੱਗੇ, ਜਦੋਂ ਉਹ ਪਰਮੇਸ਼ਰ ਪ੍ਰਸੰਨ ਹੁੰਦਾ ਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ। ਮੁਹੰਮਦ ਬਿਨ ਤੁਗਲਕ ਭਗਤ ਜੀ ਦਾ ਸਮਕਾਲੀ ਜਿਹੜਾ ਉਸ ਸਮੇਂ ਸ਼ਾਸਕ ਸੀ ਗੁਰੂ ਸਵਾਰਿਓ, ਜਿਹਦਾ ਰਾਜ ਸੀ, ਤੇ ਉਹ ਜਦੋਂ ਭਗਤ ਜੀ ਦੀ ਮਹਿਮਾ ਵਡਿਆਈ ਹੋਣ ਲੱਗ ਪਈ, ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਿਹੜੇ ਜਾਤ ਬਮਾਨੀ ਲੋਕ ਸਨ ਉਹਨਾਂ ਨੇ ਜਾ ਕੇ ਮੁਹੰਮਦ ਬਿਨ ਤੁਗਲਕ ਕੋਲ ਬੇਨਤੀ ਕੀਤੀ ਕਿ ਦੇਖੋ ਜੀ, ਅੱਧੀ ਕੋਡੀ ਦਾ ਸ਼ੀਂਬਾ ਪਰਮੇਸ਼ਰ ਦੀ ਭਗਤੀ ਕਰਦਾ ਤੇ ਇਸਲਾਮ ਦੇ ਖਿਲਾਫ ਵੀ ਬੋਲਦਾ ਹੈ ਤੇ ਸਾਡੇ ਧਰਮ ਦੇ ਖਿਲਾਫ ਵੀ ਬੋਲਦਾ ਹੈ। ਜਿਹੜੇ ਰਾਜੇ ਮਹਾਰਾਜਿਆਂ ਦੇ ਕੰਨਾਂ ਦੇ ਕੱਚੇ ਹੁੰਦੇ ਨੇ। ਕਹਿੰਦੇ ਭਗਤ ਨਾਮਦੇਵ ਜੀ ਨੂੰ ਸੱਦ ਲਿਆ ਕੋਲ, ਤੇ ਖੇਡ ਐਸੀ ਵਰਤੀ ਉਸ ਤੋਂ ਪਹਿਲਾਂ। ਕਹਿੰਦੇ ਨੇ ਉਹਦੀ ਜਿਹੜੀ ਗਊ ਸੀ ਨਾ ਉਹ ਮਰ ਗਈ। ਬਾਦਸ਼ਾਹ ਦੀ ਗਊ ਮਰ ਗਈ। ਬਹਾਨਾ ਘੜਿਆ ਕਿ ਤੂੰ ਭਗਤ ਨਾਮਦੇਵ ਜੀ ਕੋਲ ਕਰਾਮਾਤਾਂ ਨੇ, ਉਹ ਤੁਹਾਡੀ ਗਊ ਨੂੰ ਜਿਉਂਦਾ ਕਰ ਸਕਦੇ ਨੇ। ਬਾਦਸ਼ਾਹ ਨੂੰ ਬਹਾਨਾ ਮਿਲ ਗਿਆ, ਕੋਲ ਸੱਦਿਆ। ਕਹਿਣ ਲੱਗੇ, ਨਾਮਦੇਵ ਇਸ ਗਊ ਨੂੰ ਜਿਉਂਦਾ ਕਰ। ਭਗਤ ਨਾਮਦੇਵ ਜੀ ਕਹਿਣ ਲੱਗੇ, ਜੰਮਣਾ ਤੇ ਮਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ। ਮਾਰਨ ਵਾਲਾ ਤੇ ਜੀਵਾਲਣ ਵਾਲਾ ਇੱਕ ਪਰਮੇਸ਼ਰ ਹੈ। ਉਹਦੇ ਹੁਕਮ 'ਚ ਜੀਵ ਜਨਮ ਲੈਂਦੇ ਨੇ, ਉਹਦੇ ਹੁਕਮ 'ਚ ਹੀ ਜੀਵ ਮਰ ਕੇ ਚਲੇ ਜਾਂਦੇ ਨੇ। ਤੇ ਅੱਗੋਂ ਫਿਰ ਉਹ ਬੜਾ ਉਹਨਾਂ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਬੜੇ ਕਹਿਣ ਲੱਗੇ, ਜੇ ਤੂੰ ਇਹ ਨਹੀਂ ਕਰੇਗਾ, ਸਾਡੀ ਗਾਂ ਜੀਦੀ ਨਹੀਂ ਕਰੇਗਾ, ਫਿਰ ਤੈਨੂੰ ਮੈਂ ਮਾਰ ਦੇਵਾਂਗਾ, ਸਜ਼ਾ ਦੇਵਾਂਗਾ, ਤੈਨੂੰ ਕਾਲ ਕੋਠੜੀ ਅੰਦਰ ਬੰਦ ਕਰ ਦਿਆਂਗਾ। ਤੇ ਕਹਿੰਦੇ ਉਸ ਸਮੇਂ ਪਰਮੇਸ਼ਰ ਦੇ ਚਰਨਾਂ 'ਚ ਭਗਤ ਨਾਮਦੇਵ ਜੀ ਬੇਨਤੀਆਂ ਕਰਦੇ ਨੇ। ਪਰਮੇਸ਼ਰ ਦੀ ਆਰਾਧਨਾ ਕੀਤੀ, ਪਰਮੇਸ਼ਰ ਪ੍ਰਸੰਨ ਹੋ ਗਿਆ। ਕਹਿਣ ਲੱਗੇ, ਨਾਮਦੇਵ ਤੂੰ ਦੱਸ, ਜੇ ਤੂੰ ਆਖੇ ਮੈਂ ਇਸ ਧਰਤੀ ਨੂੰ ਮੁੰਦੀ ਮਾਰ ਦਿਆਂ, ਬਾਦਸ਼ਾਹ ਦਾ ਸ਼ਾਸਕ ਸਾਰਾ ਖਤਮ ਕਰ ਦਿਆਂ,
दस की करां। ते भगत नामदेव जी कहन लगे गलती कीती है अहंकारी पुरुषां जात मानियां ने ते बादशाह दे मगर लगिया होया है। इस करके हे परमेश्वर जे क्यों की लोड़ है धरती मूंदी मारन दी, की लोड़ आ बाकी लोगों को दुख देने, किन्ने जीवां दी हत्या होवेगी। इस करके पाप ऐठे ही नहीं है। जे तू प्रसन्न ही है ना तो किरपा करके इस बादशाह दी गऊ जड़ी है जिउंदी कर दे। कहते ने उस समय भगत नामदेव जी की बेनती प्रवान करके गां जिउंदी हो गई उस बादशाह दी। ते बादशाह दे मन दी शरधा भावना जागी, शरधा जागी, भावना जागी। ते भगत नामदेव जी नूं बहुत सारे माया इत्यादक देण लग्या। ते भगत नामदेव जी कहन लगे मैं माया नहीं लैनी है, ये माया मेरे किस काम है। कहन लगे नहीं तुहानूं कुछ ना कुछ तो दवांगे, मेरे तो बड़ी गलती हुई है। मैं ना लोकां दे मगर ला के तुहाडे उत्ते एडा बड़ा जुल्म कीता, मैनूं खिमा कर दिओ। कहंदे ने जदों नहीं हटिया ने एक सोहना पलंग जिहड़ा सी भगत नामदेव जी नूं बादशाह ने दिता। वो पलंग दिता ते पलंग दे के आखे कि भगत जी ये मेरी बेनती प्रवान कर लवो, तुसी ये पलंग अपने को रखो, इन्नी को भेटा मेरी रखो। कहंदे ने जदों भगत नामदेव जी उस नाल नौकर दे दिते, गड्डी उत्ते रख के पलंग नूं भेजिया जा रहा। जदों नदी के किनारे ते आए ना ते इतिहास ये दसदा कि भगत नामदेव जी ने वो गड्ढा रोकिया ते जिहड़े नाल नौकर आए सी बादशाह दे भेजे उन्होंने आख दिता कि ये पलंग चुक के तुसी इस नदी सुट दिओ, जिहड़ी नदी वगदी है ना इस नदी के अंदर पलंग सुट दिओ। जदों ये आख्या ते गुरु साहब वो देख के चर्ज हो गए कि इन्ना कीमती पलंग जिन्हों हीरे जड़त कीते हुए ने ते बेशुमार कीमती पलंग नूं भगत नामदेव जी कह रहे नदी सुट दिओ। बादशाह दिते हुए तोहफे की भी इहदे कोल बिल्कुल कदर नहीं है, पर भगत जी का हुक्म सी। कहंदे हुक्म मान के उन्होंने कीता, वो पलंग चुकिया नदी सुट दिता। भगत जी अपने घर चले गए, वो वापस मुड़ गए। समा लंघिया, कुछ दिन बतीत होए, बादशाह की कचहरी सजी। बादशाह की कचहरी विच ये गलबात चली। कहन लगे देखो जी आप जी ने भगत नाम जी नूं प्रसन्न हो के एक कीमती पलंग देना कीता सी, पर तुहानूं पता वो जिहड़ा पलंग दी भगत नाम दे जी ने बेकदरी कीती है, उस पलंग नूं नदी में सुट दिता। तुहाडा दिता होया तोहफा प्रवान नहीं कीता। हुण बादशाह दे मन च ख्याल आया कि मैं इनू ये भेटा दिती सी, मेरी भेटा का नरादर किया ना, मैं नामदेव नूं क्यों ना सबक सिखावां। शंका करके पता है कला है परमेश्वर की बख्शी हुई, परमेश्वर मदद करदा, खुदा मदद करदा है, पर फिर भी गुरु लोकां दे मगर ला के नामदेव जी दे कोल आ गया। कहन लग्या भगत नामदेव जी मैं तुहानूं एक पलंग दिता सी, तुसीं वो पलंग मैनूं वापस कर दिओ, उहदे बट्टे मैं तुहानूं होर पलंग दे दिआंगा। जिहड़ा पलंग बहाना सी लैण दा, जिहड़ा पलंग तुहानूं दिता ना मैं उहदे ओ तुसीं मैनूं वापस कर दिओ। मेरा शहजादा उहदे उत्ते आराम करदा है ते मैं तुहानूं होर इस तों भी वध कीमती पलंग दे दिआंगा, वो पलंग तुसीं मैनूं दवो। भगत नामदेव जी जान गए कि चुगलखोरां नाल जाके चुगली कीती है। भगत जी कहन लगे इंज कर भाई दरिया दे किनारे चल साडे नाल। कोल गए, कहन लगे कि भाई इस दरिया विच असीं तुहाडा पलंग सुट दिता है, तुसीं इहदे विच अपने गोते खोर अगे पा के इन्हां नूं बाहर कढ लवो। अग बबूड़ा हो के कहते बादशाह ने अपने गोते खोर अंदर बाड़ना कीते। जदों एक पलंग कढ़िया ना तो देगी देखदा कि बहुत सारे पलंग जिहड़े ने उस दरिया विच दिखाई दे रहे ने।
बहुत सारे पलंग दिखाई दे रहे ने, देख के चर्ज हो गया। थोड़े समय बाद सारे लोप हो गए। भगत नामदेव जी नूं कहण लगिया बादशाह मुहम्मद बिन तुगलक कि ये की सी? ते भगत नामदेव जी कहण लगे, ऐ बादशाह तैं सानू एक पलंग दिता सी, उहदे बट्टे इन्ने तेरे पुन्न सन, जिन्ने पलंग तैं इस दरिया विच देखे ने इन्ने तेरे पुन्न सन, तैन इन्ना फल तैनूं मिलना सी, पर तू शंका करके साडे कोल मंगण वास्ते आ गया, तेरे सारे पुन्न जिहड़े खत्म हो गए, उत्थे मुक गए। इहो जिहा जीवन गुरु सवारे भगत जी दा समझाया। कहण दा भाव है कि बंदा कदों आपां धर्म दे नां ते कोई कर्म करदे ना, सिੱਖਿਆ की मिलदी है? धर्म दे निमित्त आपां कर्म कीता, लंगर ला दिता, लोड़वंद दी सहायता कर दित्ती, जां कोई होर गुरु घर दीयां इमारतां बन रहीआं ने, जां कोई होर कोई काम कीता, ते कई बारी बंदे दे मन च ख्याल आ जांदा, कोई परिवार जिहड़ा ना गुरु घर दी सेवा लई जां किसी लोड़वंद दी सेवा लई तैयार हुंदा ना, ते कई कूहणी मार हुंदे ने नाल, ਉਹ ਕਹਿੰਦੇ ਇੱਥੇ ਕਰਨ ਦੀ ਕੀ, ਕੰਮ ਕਰਨ ਦੀ ਕੀ ਲੋੜ ਹੈ। ਤੇ ਉਹਨਾਂ ਦੇ ਮਗਰ ਲੱਗ ਕੇ ਜਿਹੜਾ ਸ਼ਰਧਾ ਭਾਵਨਾ ਵਾਲਾ ਗੁਰਸਿੱਖ ਹੁੰਦਾ ਹੈ, ਸ਼ਰਧਾਲੂ ਹੁੰਦਾ ਹੈ, ਉਹਦੇ ਮਨ 'ਚ ਵਿੱਚ ਇੱਕ ਸ਼ੰਕਾ ਪੈਦਾ ਹੋ ਜਾਂਦੀ ਹੈ। ਸ਼ੰਕਾ ਪੈਦਾ ਹੁੰਦੀ ਤੇ ਫਿਰ ਜਦੋਂ ਫਿਰ ਉਹ ਸੇਵਾ ਤਾਂ ਕਰ ਦਿੰਦਾ, ਪਰ ਸ਼ੰਕਾ ਮਨ 'ਚ ਘਰ ਕਰ ਜਾਂਦੀ ਹੈ, ਜਿਸ ਕਰਕੇ ਤਾਂ ਕੀਤਾ ਹੋਇਆ ਜਿਹੜਾ ਪੁੰਨ ਦਾਨ ਹੈ ਉਹ ਸਾਰਾ ਫਿਰ ਵਿਅਰਥ ਚਲਿਆ ਜਾਂਦਾ ਹੈ। ਜਦੋਂ ਆਪਾਂ ਆਪਣੇ ਘਰੋਂ ਤੁਰ ਪਏ ਨਾ, ਦਸਵੰਧ ਕੱਢ ਲਿਆ ਗੁਰੂ ਕੇ ਨਿमित्त ਕਿ ਆਹ ਗੁਰਦੁਆਰੇ ਦੇਣਾ ਹੈ, ਆ ਫਲਾਣੀ ਲੜਕੀ ਦੀ ਵਿਆਹ ਦੀ ਸ਼ਾਦੀ 'ਚ ਮਦਦ ਕਰਨੀ ਹੈ, ਫਲਾਣੇ ਦੇ ਇਲਾਜ ਵਾਸਤੇ ਬਿਮਾਇਨੀ ਵਰਤਣੀ ਹੈ, ਆ ਲੋੜਵੰਦਾਂ ਨੂੰ ਦੇਣਾ ਹੈ, ਤੇ ਉਦੋਂ ਇਹ ਨਹੀਂ ਕਿਸੇ ਦੀ ਗੱਲ ਨਹੀਂ ਸੁਣਨੀ, ਇਹ ਸੋਚਣਾ ਕਿ ਨਹੀਂ ਮੇਰੇ ਗੁਰੂ ਦਾ ਹੁਕਮ ਹੈ, गुरु साहबान जी ने ये धन संपदा बख्शिश की है, उहदे विचों मैं अगों दान दे रहा हाँ, ते कदे मन च ये ख्याल नहीं लियाना कि मैं ये दान दिता। दान ते भेटा च फर्क है। जदों भी आपां किसी दी लोड़वंद दी सहायता करनी, गुरु घर भेटा अर्पण करनी, उदों ये नहीं आखना गुरुद्वारे ने इन्ना दान कीता, उदों कहना है गुरुद्वारे इन्ना भेटा प्रेम सहित हुंदी है, दान भिखार नहीं दिता जाता है। गुरु दे दर ते भेटा अर्पण की जाती है। सिक्ख्या मिलती है कि भाई कदे भी इस तरह शंका नहीं करनी है। जो आपां पुन्न दान का करहे शरीर सो गिर ही गंगा का नीर, भगत जी कहते ने, कहते गृहस्थ जीवन बतीत कर रहे आ, अपने हत्थां दे नाल पुन्न दान करदा, धर्म नित कर्म करदा है। कहते असल च जिवें हिंदू मत च मन्निया गया गंगा का जल पवित्र मन्निया गया, भगत जी कहते पता नहीं पवित्र है कि नहीं पवित्र है, पर कहते गृहस्थी जीवन जड़ा अपने हत्थी पुन्न दान दे काम करदा, लोड़वंदां दी सहायता करदा है, कहते ओ सो गिर ही गंगा का नीर। वो गृहस्थी किहो जिहा है? कहते गंगा दे नीर जल दी न्याई पवित्र है। एडी वड्डी बख्शिश है गुरु सवारे। सो भगत नामदेव जी दी बहुत सारे जीवन दी घटनावां ने, पर समा इजाजत नहीं दे रहे। आप जी ने आ घटना कई बार श्रवण की है कि जदों भगत नामदेव जी दियोरियां विच जांदे सी, धक्के मार के बाहर कढ़िया जांदा सी। आपां हजूर साहब की धरती ते जांदे आ ना, उत्थे भगत जी की जात च वो दियोरा बनिया होया, जिहड़ा जिस दियोरे दा मुख भगत नामदेव जी वल घुमिया लहिंदे वल नूं। जिन्ने भी हिंदुआं दे मंदिर ने सारियां दा मुख चढ़दे वल नूं है। इको एक मंदिर है जिथे जिहदा दियोरे, जिस दियोरे दा मुख लहिंदे वाले पासे है। अज आपां यही सोचां च पे होए हैं, साडे सिख ही, साडे विद्वान ही गल्लां कि दियोरे दा मुख किवें घुम गया जी, ये शंका करदे हैं। गुरबाणी च भगत जी बार बार कह रहे हैं, दो शब्द ने अपनी हड्ड बीती ते भगत जी ने उचारण कीते। एक जो आप जी ने रंभ दा शब्द कीता सी कि हस्त खेलत तेरे देहुरे आया, भगत करत नम पकर उठाया, हीनड़ी जात मेरी जात मराया, शीपे के जन्म काहे को आया, लै कमली चलियो पलटाए, देहुरे पाछै बैठा जाहे, ज्यों ज्यों नामा हर गुण उचरै, भगत जना को देहुरा फिरै। फिर एक शब्द भगत जी का होर आंदा है,
कि मोको तू ना विसार, तू ना विसार, तू ना विसारे रामैया। आलावंती यह भ्रम, जो है मुझ ऊपर सब को भला। सूद सूद कर मार उठायो, शूद्र शूद्र कह के धक्के मार के बाहर उठा दिता। शूद शूद कर मार उठायो, कहाँ करो बाप बीठला। परमेश्वर कहन लगे कोई नहीं नामदेव, अज धक्के मारे इन्होंने कोई गल नहीं है, ये नरकां च जाणगे, तैनू मैं सचखंड दे दियांगा, तैनू मुक्ति दे दियांगा। ते भगत कहन लगे मूए होए जो मुक्त, सिद्धियां गल्लां परमेश्वर नाल कहंदे परमेश्वर मूए होए जो मुक्त दिओगे, मुक्त ना जाने कोयला। ए पंडिया मोको टेढ़ कहत, तेरी पैज पछोंडी होएला। ये मैनू जिहड़े पंडित लोग ने ना, पंडिया पंडित लोग, ये शूद्र शूद्र आखदे नीम, मैनू बड़ा नरादर करते ने मेरा। टेढ़ जिहड़ी है, ढेड़ कहत, ये गाल है गुरु साहिब महाराज की बोली च, मैनू गालां कढ़दे ने पंडित लोग। कहंदे परमेश्वर इहदे च मेरा कुछ नहीं है, मैं तो तेरी भगती करदा। पर लोग आखणगे देखो रब दा प्यारा भगत, भगत नामदेव, ਉਹਨੂੰ ਲੋਕ ਇਹ ਪੰਡਤ ਗਾਲਾਂ ਕੱਢਦੇ ਨੇ, ਪਰਮੇਸ਼ਰ ਉਹਨਾਂ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਿਆ। ਇਹ ਪੰਡੀਆ ਮੋਕੋ ਟੇਢ ਕਹਿਤ ਹੈ, ਟੇਢ ਕਹਿਤ ਤੇਰੀ ਪੈਜ ਪਛੋਂਡੀ ਹੋਏ ਲਾ। ਕਹਿ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ, ਆਤਪ ਜਪਿਓ ਅਪਾਰਲਾ। ਇੰਨੀ ਬੇਨਤੀ ਕੀਤੀ ਤੇ ਅੱਗੋਂ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਫੇਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਲਾ। ਪ੍ਰਤੱਖ ਸਤਿਗੁਰੂ ਨੇ ਕਹਿ ਦਿੱਤਾ ਕਿ ਨਾਮਦੇਵ ਜੀ ਵੱਲ ਜਿਹੜਾ ਸੀ ਦਿਹੁਰੇ ਦਾ ਮੁਖ ਕਰ ਦਿੱਤਾ ਤੇ ਪਾਂਡਿਆਂ ਵੱਲ ਨੂੰ ਪਿੱਛਾ ਹੋ ਗਿਆ। ਜਿਹੜੇ ਈਰਖਾਵਸ ਸਨ ਉਹ ਪਾਂਡੇ ਲੋਕ ਕਹਿਣ ਲੱਗ ਪਏ ਧੰਨ ਭਗਤ ਨਾਮਦੇਵ ਜੀ, ਧੰਨ ਭਗਤ ਨਾਮਦੇਵ। ਉਹਨਾਂ ਦੀ ਮਨ ਦਾ ਹੰਕਾਰ ਸਾਰਾ ਦੂਰ ਕਰ ਦਿੱਤਾ। ਕਹਿਣ ਦਾ ਭਾਵ ਹੈ ਕਿ ਅਸੀਂ ਨਾ ਸ਼ੰਕਿਆ 'ਚ ਨਹੀਂ ਸਾਨੂੰ ਪੈਣਾ ਚਾਹੀਦਾ। ਜੋ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ 2 ਵਾਰੀ ਭਗਤ ਜੀ ਨੇ ਆਪਣੀ ਹੱਡ ਬੀਤੀ ਦਾ ਵਰਣਨ ਕੀਤਾ ਹੈ। ਜਿਹੜਾ ਭਗਤ ਜੀ ਦਾ ਅੰਤਮ ਸਮਾਂ ਗੁਰੂ ਸਵਾਰਿਓ, ਉਹ ਗੁਰਦਾਸਪੁਰ ਦੀ ਧਰਤੀ ਤੇ ਘੁਮਾਣ ਨਗਰ ਵਿੱਚ ਭਗਤ ਜੀ ਨੇ ਆਪਣਾ ਪੰਜ ਭੂਤਕ ਸਰੀਰ ਤਿਆਗਿਆ। ਜੋਤੀ ਜੋ ਸਮਾਏ ਨੇ ਤਕਰੀਬਨ 1350 ਦੇ ਵਿੱਚ ਭਗਤ ਜੀ ਜਿਹੜੇ ਨੇ ਉਹਨਾਂ ਨੇ ਆਪਣਾ ਸਰੀਰ ਤਿਆਗਿਆ। 1276 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। 1350 ਵਿੱਚ ਆਪਣੇ ਸਰੀਰ ਨੂੰ ਤਿਆਗਦੇ ਨੇ। ਭਗਤੀ ਲਹਿਰ ਦੇ ਮੋਢੀ ਬਣ ਕੇ ਪ੍ਰੇਮਾ ਭਗਤੀ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਸੋ ਐਸੇ ਮਹਾਨ ਭਗਤ ਨਾਮਦੇਵ ਮਹਾਰਾਜ ਜੀ ਦਾ ਅੱਜ ਜਨਮ ਦਿਹਾੜਾ ਹੈ। ਸਾਰੀਆਂ ਸੰਗਤਾਂ ਨੂੰ ਦੁਆਰਾ ਫੇਰ ਭਗਤ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਤ